गुड मॉर्निंग स्टूडेंट्स। राजे पिछले चैप्टर ਦੇ ਵਿੱਚ ਆਪਾਂ ਪੜਿਆ ਸੀ ਕੰਜ਼ੰਪਸ਼ਨ ਖਪਤ। ਟੂ ਸੈਂਸ ਦੇ ਵਿੱਚ ਲਿਆ ਜਾਂਦਾ ਸੀ ਇਨ ਦਾ ਸੈਂਸ ਆਫ ਪ੍ਰੋਸੈਸ ਐਂਡ ਇਨ ਦਾ ਸੈਂਸ ਆਫ ਐਕਸਪੈਂਡੀਚਰ। ਪ੍ਰੋਸੈਸ ਕਿਸ ਤਰ੍ਹਾਂ ਹੈ, ਖਰਚੇ ਦੇ ਕਿਸਮ ਵਿੱਚ ਇਹਨੂੰ ਕਿਸ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਅੱਜ ਆਪਾਂ ਕਰਾਂਗੇ ਕੰਜ਼ੰਪਸ਼ਨ ਦੀਆਂ ਦੋ ਟਾਈਪਸ। ਇਹ ਦੋ ਟਾਈਪਸ ਕਿਹੜੀਆਂ ਹੈ? ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਜਿਹਨੂੰ ਅਸੀਂ APC ਕਹਿੰਦੇ ਆ, एंड मार्जिनल प्रोपेंसिटी टू कंज्यूम जिन्हों MPC कहने आ। ये दोनों है कि एवरेज प्रोपेंसिटी टू कंज्यूम मतलब खपत दी एवरेज रेशो की है, द रेशो ऑफ टोटल कंजप्शन टू टोटल इनकम कि टोटल इनकम किन्नी सी ते उस इनकम दे विचों किन्ना भाग है जिहड़ा ओह कंजप्शन विच लग्या है, किन्ना कंज्यूम होया है उहदा पार्ट। This implies that people will spend how much part of their income on consumption and how much part they save। इत्थों की पता लगता भी किन्ना पार्ट तां लोग कंजप्शन ते जिहड़ा हैगा स्पेंड करदे आ ते किन्ना पार्ट ओह सेव करदे आ। ਉਹਨੂੰ ਅਸੀਂ ਕਹਿੰਦੇ आ एवरेज प्रोपेंसिटी टू कंज्यूम। ਮੰਨ ਲਓ ਹੁਣ ਜੇ ਮੰਨ ਲਓ ਵੀ ਕਿਸੇ ਆਦਮੀ ਦੀ ਇਨਕਮ है ਜਿਹੜੀ ਉਹ 800 है पूरे ਜਿਹੜਾ ਹੈਗਾ ਵੀ ਇੱਕ ਦਿਨ ਦੀ 800 है, ठीक है। ਉਸ ਤੋਂ ਬਾਅਦ ਉਹਨੇ ਖਰਚਾ ਕਿੰਨਾ ਕਰ ਲਿਆ? ਉਹਨੇ ਖਰਚਾ ਕਰ ਲਿਆ 600, ठीक है। ਟੋਟਲ ਇਨਕਮ ਦੇ ਵਿੱਚੋਂ ਟੋਟਲ ਕੰਜ਼ੰਪਸ਼ਨ ਉਹਦੀ ਕਿੰਨੀ ਹੋਈ ਹੈ ਉਹ ਇੱਕ ਦਿਨ ਦੀ, ਉਹਨੂੰ ਅਸੀਂ ਕੀ ਕਹਿੰਦੇ ਆ? ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਮਤਲਬ APC। ਤੇ ਇਹਨੂੰ ਕਿਸ ਤਰ੍ਹਾਂ ਦੇ ਨਾਲ ਆਪਾਂ ਕੱਢ ਸਕਦੇ ਆ? ਕੰਜ਼ੰਪਸ਼ਨ ਉਹ ਬਾਏ ਇਨਕਮ। ਇਸ ਤਰੀਕੇ ਨਾਲ ਡਿਵਾਈਡ ਕਰਕੇ ਇਹਨੂੰ ਅਸੀਂ ਕੱਢ ਸਕਦੇ ਆ। सैकेंड है मार्जिनल प्रोपेंसिटी टू कंज्यूम MPC मतलब कि अज तो मान लो भी इन्नी इनकम है तो इन्नी जी हैगी कंजप्शन है, अगे जाके द रेशो ऑफ चेंज इन कंजप्शन टू चेंज इन इनकम दे विच चेंज हो गया, उहदे नाल कंजप्शन दे विच चेंज होया है तो उहदी रेशो की आ उस नूं असीं MPC कह दिंदे आ। ਮੰਨ ਲਓ ਵੀ ਜੇ ਹੁਣ ਪਹਿਲਾਂ ਇਨਕਮ ਕਿਸੇ ਦੀ ਇਨਕਮ 800 ਸੀ, ਉਹਦੇ ਵਿੱਚੋਂ ਉਹਦੀ ਕੰਜ਼ੰਪਸ਼ਨ ਕਿੰਨੀ ਹੁੰਦੀ ਸੀ? 600 ਦੀ ਕਰਦਾ ਸੀ। ਹੁਣ ਉਹਦੀ ਇਨਕਮ 1000 ਹੋ ਗਈ, ਠੀਕ ਹੈ। 1000 ਇਨਕਮ ਹੈ, ਉਹਦੇ ਵਿੱਚੋਂ ਉਹਨੇ 800 ਕੰਜ਼ਿਊਮ ਕਰਤਾ ਤਾਂ ਇਹ ਕੀ ਹੋਇਆ? ਇਨਕਮ ਦੇ ਵਿੱਚ ਚੇਂਜ ਹੋ ਗਿਆ, ਉਹਦੇ ਨਾਲ ਨਾਲ ਕੰਜ਼ੰਪਸ਼ਨ ਦੇ ਵਿੱਚ ਵੀ ਚੇਂਜ ਹੋ ਗਿਆ। ਦੋਹਾਂ ਦੀ ਰੇਸ਼ੋ ਹੈ ਜਿਹੜੀ ਉਸ ਨੂੰ ਅਸੀਂ MPC ਕਹਿ ਦਿੰਦੇ ਹਾਂ। ਇਹ ਗੱਲ ਦਾ ਤੁਸੀਂ ਖਾਸ ਤੌਰ 'ਤੇ ਖਿਆਲ ਰੱਖਣਾ ਹੈ कि हो सकता है आने वाले सालों के विच ओहदी इनकम है जिहड़ी घट जे, खर्चा वध जे। हो सकता है इनकम जिहड़ी हैगी वध जे नाल खर्चा उन्ना क घट जे। किसी भी कंडीशन दे विच हो सकता है MPC खर्चा वध भी सकता है इनकम वधन दे नाल ते खर्चा घट भी सकता है। तो हो सकता है इनकम घट जे, इनकम 800 रह जे तो खर्चा उहदा जिहड़ा हैगा है वो 500 जिहड़ा हैगा इनकम उहदी 600 रह जे आने वाले सालों के 800 सीगी तो उहदा जो खर्चा है जो उहदी कंजप्शन है वो 500 हो जे। वध भी सकती है घट भी सकती है। सो APC टोटल कंजप्शन किन्नी है, टोटल इनकम किन्नी सी ते ओह टोटल कंजप्शन किन्नी होई है उहदी रेशो नूं असीं APC कह दिंदे आ। MPC कंजप्शन जो इनकम दे विच चेंज होया उहदे नाल कंजप्शन दे विच चेंज होया तो वो रेशो आ जिहड़ी उस नूं असीं MPC कह दिंदे आ। नैक्सट टॉपिक राजे अपना हैगा ये सेविंग। सेविंग मतलब बचत जिहनूं आपां कह दिंदे आ। सेविंग इज़ द डिफरेंस बिटवीन इनकम एंड कंजप्शन। इनकम ते कंजप्शन दे विच जिहड़ा फर्क हुंदा है उहनूं असीं की कह दिंदे आ? सेविंग कहने आ। किन्नी इनकम होई सी ਤੇ ਉਹਦੇ ਵਿੱਚੋਂ ਜਿਹੜਾ ਖਰਚ ਤਾਂ ਉਹਦੇ ਵਿੱਚੋਂ ਨਿਕਲ ਗਿਆ, ਬਾਕੀ ਸਾਡੇ ਕੋਲੇ ਕਿੰਨਾ ਬਚਿਆ ਹੈ ਉਹ ਕੀ ਹੈ? ਉਹ ਸਾਡੀ ਸੇਵਿੰਗ ਹੈ, ਉਹ ਸਾਡੀ ਬਚਤ ਆ। ਸੇਵਿੰਗ ਨੂੰ ਆਪਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਫਾਈਂਡ ਆਊਟ ਕਰ ਸਕਦੇ ਹਾਂ? ਇਨਕਮ ਕਿੰਨੀ ਹੈ ਟੋਟਲ, ਉਹਦੇ ਵਿੱਚੋਂ ਕੰਜ਼ੰਪਸ਼ਨ ਨੂੰ ਮਾਈਨਸ ਕਰ ਦੇਣਾ ਹੈ। ਮੰਨ ਲਓ ਟੋਟਲ ਇਨਕਮ ਜਿਹੜੀ ਹੈਗੀ ਆ ਉਹ ਹੈਗੀ ਹੈ 1000 रुपए, ਉਹਦੇ ਵਿੱਚੋਂ ਆਪਣੀ ਕੰਜ਼ੰਪਸ਼ਨ ਹੈ ਜਿਹੜੀ ਰੋਜ਼ਾਨਾ ਦੀਆਂ ਚੀਜ਼ਾਂ 'ਤੇ ਖਪਤ ਹੋ ਗਿਆ 500 रुपए ਤੇ ਆਪਣੇ ਕੋਲ ਸੇਵ ਕਿੰਨਾ ਹੋਇਆ? 500। ਤਾਂ ਜਿਹੜਾ ਇਹ ਵਾਲਾ 500 ਆ 5 ਜਿਹੜਾ 100 ਇਹ ਰੁਪੀਜ਼ ਆ ਇਹ ਆਪਣੀ ਕੀ ਆ? ਸੇਵਿੰਗਸ। ਸੋ ਕਲੀਅਰ, ਇਨਕਮ ਦੇ ਵਿੱਚੋਂ ਕੰਜ਼ੰਪਸ਼ਨ ਨੂੰ ਮਾਈਨਸ ਕਰਕੇ ਜੋ ਸਾਡੇ ਕੋਲ ਬਚਦਾ ਹੈ ਉਹ ਸੇਵਿੰਗ ਹੈ। ਸੋ we can say that
ਆਫਟਰ ਡਿਡਕਟਿੰਗ ਕੰਜ਼ਪਸ਼ਨ from income whatever amount remain it is called saving। ਕੰਜ਼ਪਸ਼ਨ ਨੂੰ ਡਿਡਕਟ ਕਰਕੇ ਕੱਟ ਕੇ ਇਨਕਮ ਦੇ ਵਿੱਚੋਂ ਜੋ ਵੀ ਅਮਾਊਂਟ ਸਾਡੇ ਕੋਲ ਪਿੱਛੇ ਬਚ ਜਾਂਦੀ ਆ ਉਹਨੂੰ ਅਸੀਂ ਸੇਵਿੰਗ ਕਹਿ ਦਿੰਦੇ ਆ। ਸੇਵਿੰਗ ਇਨਕਰੀਜ਼ ਵਿਦ ਦਾ ਇਨਕਰੀਜ਼ ਇਨ ਇਨਕਮ ਐਂਡ ਡਿਕਰੀਜ਼ ਵਿਦ ਦਾ ਡਿਕਰੀਜ਼ ਇਨ ਇਨਕਮ। ਹੁਣ ਸੇਵਿੰਗ ਹੈ ਜਿਹੜੀ ਉਹ ਇਨਕਰੀਜ਼ ਕਿਵੇਂ ਹੋਊਗੀ, ਜੇਕਰ ਸਾਡੀ ਇਨਕਮ ਇਨਕਰੀਜ਼ ਹੋਊਗੀ। ਜਿਵੇਂ ਜਿਵੇਂ ਇਨਕਮ ਦੇ ਵਿੱਚ ਵਾਧਾ ਹੁੰਦਾ ਜਾਊਗਾ ਉਸ ਤਰੀਕੇ ਨਾਲ ਮੰਨ ਲਓ ਵੀ ਸਾਡੀ ਕੰਜ਼ਪਸ਼ਨ ਵੀ ਵੱਧਦੀ ਹੈ, ਸਾਡਾ ਖਰਚਾ ਵੀ ਨਾਲ ਨਾਲ ਵੱਧਦਾ ਹੈ, ਬਟ ਇਨਕਮ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਸੇਵਿੰਗ ਵੀ ਆਪਣੇ ਆਪ ਹੀ ਵੱਧਦੀ ਹੈ। ਤੇ ਜੇਕਰ ਇਨਕਮ ਦੇ ਵਿੱਚ ਡਿਕਰੀਜ਼ ਆ ਜੇ, ਇਨਕਮ ਘੱਟ ਹੋਵੇ ਤਾਂ ਉਹਦੇ ਨਾਲ ਜੋ ਸੇਵਿੰਗ ਹੈ ਉਹ ਵੀ ਘੱਟ ਹੋਊਗੀ, ਕਿਉਂਕਿ ਖਰਚਾ ਵਿੱਚੋਂ ਹੋ ਹੀ ਜਾਣਾ, ਕੰਜ਼ਪਸ਼ਨ ਵਿੱਚੋਂ ਹੋ ਜਾਣੀ ਹੈ, ਖਪਤ ਹੋ ਜਾਣੀ ਹੈ ਵਿੱਚੋਂ। ਰਿਲੇਸ਼ਨਸ਼ਿਪ ਬਿਟਵੀਨ ਸੇਵਿੰਗ ਐਂਡ ਕੰਜ਼ਪਸ਼ਨ ਐਕਸਪ੍ਰੈਸਡ ਬਾਏ ਪ੍ਰੋਪੈਂਸਿਟੀ ਟੂ ਸੇਵ। ਹੁਣ ਦੋਹਾਂ ਦੇ ਵਿੱਚ ਇਨਕਮ ਦੇ ਵਿੱਚ ਤੇ ਕੰਜ਼ਪਸ਼ਨ ਦੇ ਵਿੱਚ ਜਿਹੜਾ ਰਿਲੇਸ਼ਨ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਡਿਪਿਕਟ ਕਰਦੇ ਹਾਂ, ਕਿਸ ਤਰ੍ਹਾਂ ਦੇ ਨਾਲ ਐਕਸਪ੍ਰੈਸ ਕਰ ਸਕਦੇ ਹਾਂ। ਇਹਦਾ ਵੀ ਸੇਮ ਫਾਰਮੂਲਾ ਹੈ, ਐਵਰੇਜ ਪ੍ਰੋਪੈਂਸਿਟੀ ਟੂ ਸੇਵ, ਜਿਹਨੂੰ ਅਸੀਂ APS ਕਹਿੰਦੇ ਹਾਂ। ਅੱਗੇ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ APC, ਮਤਲਬ ਕੰਜ਼ਿਊਮ ਕਹਿਣਾ ਸੀ ਆਪਾਂ ਨਾਲ, ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਉਹ ਸੀ APC। ਹੁਣ ਕੀ ਹੈ ਸੇਵਿੰਗ ਦੇ ਵਿੱਚ ਐਵਰੇਜ ਪ੍ਰੋਪੈਂਸਿਟੀ ਟੂ ਸੇਵ APS। ਇਹ ਕੀ ਹੈ, ਰੇਸ਼ੋ ਬਿਟਵੀਨ ਟੋਟਲ ਸੇਵਿੰਗ ਟੂ ਟੋਟਲ ਇਨਕਮ। ਟੋਟਲ ਇਨਕਮ ਤੇ ਟੋਟਲ ਸੇਵਿੰਗ ਉਹਨਾਂ ਦੋਹਾਂ ਦੀ ਰੇਸ਼ੋ ਕਿੰਨੀ ਆ ਉਸ ਨੂੰ ਅਸੀਂ ਐਵਰੇਜ ਪ੍ਰੋਪੈਂਸਿਟੀ ਟੂ ਸੇਵ ਕਹਿ ਦਿੰਦੇ ਹਾਂ। APS ਨੂੰ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ, ਸੇਵਿੰਗ ਬਾਏ ਇਨਕਮ ਦੇ ਨਾਲ। ਦੂਜਾ ਆਪਣੇ ਕੋਲ ਆਉਂਦਾ ਹੈ ਮਾਰਜੀਨਲ ਪ੍ਰੋਪੈਂਸਿਟੀ ਟੂ ਸੇਵ, ਜਿਹਨੂੰ ਅਸੀਂ MPC ਕਹਿੰਦੇ ਆ। ਇਹ ਕੀ ਸੀਗਾ, ਆਪਾਂ ਪਿੱਛੇ ਵੀ ਪੜ੍ਹ ਕੇ ਆਏ ਆ, ਰੇਸ਼ੋ ਆਫ ਚੇਂਜ ਇਨ ਸੇਵਿੰਗ ਕਾਜ਼ਡ ਡਿਊ ਟੂ ਚੇਂਜ ਇਨ ਇਨਕਮ। ਸੇਵਿੰਗ ਦੇ ਵਿੱਚ ਚੇਂਜ ਆਇਆ ਕਿਉਂ, ਕਿਉਂਕਿ ਇਨਕਮ ਦੇ ਵਿੱਚ ਚੇਂਜ ਹੋਇਆ। ਇਹਨਾਂ ਦੀ ਜੋ ਰੇਸ਼ੋ ਆ ਵੀ ਕਿਸ ਤਰ੍ਹਾਂ ਦੇ ਨਾਲ ਇਨਕਮ ਦੇ ਵਿੱਚ ਚੇਂਜ ਹੋਇਆ ਤੇ ਉਹਦੇ ਨਾਲ ਉਸ ਦੇ ਕਾਰਨ ਇਨਕਮ ਦੇ ਵਿੱਚ ਚੇਂਜ ਹੋਣ ਦੇ ਕਾਰਨ ਜੋ ਸੇਵਿੰਗ ਦੇ ਵਿੱਚ ਚੇਂਜ ਹੋਇਆ ਹੈ ਉਸ ਦੀ ਰੇਸ਼ੋ ਨੂੰ ਅਸੀਂ ਕੀ ਕਵਾਂਗੇ, ਮਾਰਜੀਨਲ ਪ੍ਰੋਪੈਂਸਿਟੀ ਟੂ ਸੇਵ MPS ਉਹਨੂੰ ਅਸੀਂ ਕਵਾਂਗੇ। ਆਉਣ ਵਾਲੇ ਸਾਲਾਂ ਦੇ ਵਿੱਚ ਮੰਨ ਲਓ ਐਵਰੇਜ ਪ੍ਰੋਪੈਂਸਿਟੀ ਟੂ ਸੇਵ, ਕਿਸੇ ਬੰਦੇ ਦੀ ਅੱਜ ਜਿਹੜੀ ਹੈਗੀ ਆ ਇਨਕਮ ਜੋ ਹੈਗੀ ਆ 1000 ਰੁਪਏ ਆ, ਉਹਦੇ ਵਿੱਚੋਂ ਉਹਨੂੰ ਸੇਵਿੰਗ ਖਰਚੇ ਵਗੈਰਾ ਕੱਢ ਕੇ ਉਹਨੂੰ 300 ਰੁਪਏ ਸੇਵਿੰਗ ਹੋ ਰਹੀ ਹੈ, ਤਾਂ ਉਹਦੀ ਰੇਸ਼ੋ ਆ ਜਿਹੜੀ ਉਸ ਨੂੰ ਅਸੀਂ APS ਕਹਿੰਦੇ ਹਾਂ। ਮਾਰਜੀਨਲ ਦੇ ਵਿੱਚ ਮੰਨ ਲਓ ਵੀ ਜੇ ਉਹਦੀ ਇਨਕਮ ਆਉਣ ਵਾਲੇ ਸਾਲਾਂ ਦੇ ਵਿੱਚ ਉਹਦੀ ਇਨਕਮ ਵੱਧ ਚੁੱਕੀ ਆ, ਉਹਦੀ ਇਨਕਮ 2000 ਰੁਪਏ ਹੋ ਗਈ ਆ, ਇਨਕਮ ਦੇ ਨਾਲ ਜਦੋਂ ਉਹਦੇ ਖਰਚੇ ਆ ਵਿੱਚੋਂ ਜਿਹੜੇ ਖਰਚੇ ਉਹਦੇ 2000 ਦੇ ਵਿੱਚੋਂ 800 ਰੁਪਇਆ ਖਰਚਾ ਵੀ ਕੱਢ ਕੇ, ਕੰਜ਼ਪਸ਼ਨ ਕੱਢ ਕੇ, ਖਪਤ ਵਿੱਚੋਂ ਕੱਢ ਕੇ ਜੋ ਉਹਦੇ ਕੋਲ ਸੇਵਿੰਗ ਹੋਈ ਆ, ਸੇਵਿੰਗ ਉਹਦੇ ਕੋਲੇ 1200 ਰੁਪਏ ਹੋਈ ਆ, ਤਾਂ ਉਹ ਰੇਸ਼ੋ ਆ ਜਿਹੜੀ ਉਹਨੂੰ ਅਸੀਂ MPS ਕਵਾਂਗੇ, ਮਾਰਜੀਨਲ ਪ੍ਰੋਪੈਂਸਿਟੀ ਟੂ ਸੇਵ ਕਵਾਂਗੇ। ਸੋ ਰਾਜੇ ਸੇਵਿੰਗ ਅੱਜ ਆਪਾਂ ਸੇਵਿੰਗ ਬਾਰੇ ਪੜ੍ਹਿਆ ਹੈ, ਤਾਂ ਸੇਵਿੰਗ ਇਨਕਮ ਤੇ ਕੰਜ਼ਪਸ਼ਨ ਦੇ ਵਿਚਲਾ ਡਿਫਰੈਂਸ ਹੁੰਦਾ ਹੈ। ਸੇਵਿੰਗ ਇਨਕਮ ਦੇ ਵਧਣ ਦੇ ਨਾਲ ਨਾਲ ਸਾਡੀ ਸੇਵਿੰਗ ਵੀ ਵੱਧਦੀ ਹੈ। ਇਹਦੇ ਦੋ ਜਿਹੜੇ ਹੈਗੇ ਆ ਫੈਕਟਰ ਹੁੰਦੇ ਆ, ਐਵਰੇਜ ਪ੍ਰੋਪੈਂਸਿਟੀ ਟੂ ਸੇਵ, ਟੋਟਲ ਇਨਕਮ ਹੋਵੇ ਤੇ ਟੋਟਲ ਸੇਵਿੰਗ ਦਾ ਰੇਸ਼ੋ। ਮਾਰਜੀਨਲ ਪ੍ਰੋਪੈਂਸਿਟੀ ਟੂ ਸੇਵ ਇਹਦੇ ਵਿੱਚ ਕੀ ਆ ਵੀ ਜਿਵੇਂ ਇਨਕਮ ਦੇ ਵਿੱਚ ਚੇਂਜ ਆਉਂਦਾ ਹੈ ਉਸੇ ਤਰੀਕੇ ਨਾਲ ਸੇਵਿੰਗ ਦੇ ਵਿੱਚ ਚੇਂਜ ਆਉਂਦਾ, ਇਹਨਾਂ ਦੋਹਾਂ ਦੀ ਰੇਸ਼ੋ ਨੂੰ ਅਸੀਂ ਮਾਰਜੀਨਲ ਪ੍ਰੋਪੈਂਸਿਟੀ ਟੂ ਸੇਵ ਕਹਿੰਦੇ ਹਾਂ। ਸੋ I hope you will better understand this topic. Thank you so much.